ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ ਚੈਨਲ ਨੰਬਰ 769 ਯੂਕੇ ਦੇ ਵਿੱਚ, ਜਿਸ ਦਾ ਪ੍ਰਸਾਰਣ ਸਵੇਰੇ 8 ਵਜੇ ਹੋਵੇਗਾ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਆਸਾ ਕੀ ਵਾਰ ਦੇ ਅੱਜ ਦੇ ਇਸ ਪਾਵਨ 10ਵੇਂ ਸ਼ਲੋਕ ਦੇ ਅੰਦਰ ਸਾਹਿਬ ਜੀ ਜੋ ਆਸੀਸ ਦੇ ਕਰਕੇ, ਜੋ ਉਪਦੇਸ਼ ਦੇ ਕਰਕੇ ਅਤੇ ਜੋ ਸਿਧਾਂਤ ਜ਼ਿੰਦਗੀ ਨੂੰ ਜੋ ਮੰਜ਼ਲ ਦੇ ਕਰਕੇ ਸਮਝਾਉਂਦੇ ਹਨ, ਸੋ ਮੁੱਢਲੇ ਭਾਵ-ਅਰਥ ਕਹਾਂ ਤਾਂ ਅੱਜ ਦੇ ਇਸ 10ਵੇਂ ਸ਼ਲੋਕ ਅੰਦਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਤੇ ਸੰਸਾਰ ਦੇ ਇਹ ਜਿਤਨੇ ਪਦਾਰਥ, ਜੋ ਕੁਝ ਵੀ ਇਸ ਸੰਸਾਰ ਦੇ ਉੱਤੇ, ਇਸ ਸ੍ਰਿਸ਼ਟੀ ਦੇ ਉੱਤੇ, ਇਸ ਦ੍ਰਿਸ਼ਟੀ ਦੇ ਨਾਲ ਅਸੀਂ ਤੱਕਦੇ ਹਾਂ, ਦ੍ਰਿਸ਼ਟੀ ਦੀ ਸ੍ਰਿਸ਼ਟੀ ਦੇ ਨਾਲ ਜਿਤਨੀ ਸਾਂਝ ਹੈ, ਉਹ ਸਾਰਾ ਕੁਝ ਸਾਹਿਬ ਜੀ ਕਹਿੰਦੇ ਝੂਠਾ ਹੈ, ਸਭ ਕੁਝ ਕੂੜ ਹੈ। ਇੱਥੇ ਸਾਰਾ ਕੁਝ ਜਿਹੜਾ ਹੈ ਵਕਤੀ ਸਮੇਂ ਦੇ ਵਾਸਤੇ ਦਿਖਾਈ ਦੇ ਰਿਹਾ ਹੈ। ਨਾਲ ਸਾਹਿਬ ਜੀ ਇਹ ਵੀ ਸਮਝਾਉਂਦੇ ਇਕੱਲੇ ਤਨ ਨਹੀਂ ਵੀ ਆਪਾਂ ਇਹ ਕਹੀਏ ਕੇਵਲ ਮਨੁੱਖ ਸੰਸਾਰ 'ਤੇ ਆਉਂਦਾ ਹੈ ਅਤੇ ਮਨੁੱਖ ਸੰਸਾਰ ਤੋਂ ਚਲਿਆ ਜਾਂਦਾ ਹੈ, ਤੁਰ ਜਾਂਦਾ ਹੈ। ਇਕੱਲੇ ਤਨ ਦੀ ਗੱਲ ਨਹੀਂ ਹੈ। ਇਸ ਤਨ ਦੇ ਨਾਲ ਜੁੜੀ ਹੋਈ ਹਰ ਇੱਕ ਛੈ ਜਿਹੜੀ ਹੈ, ਹਰ ਇੱਕ ਚੀਜ਼ ਜਿਹੜੀ ਹੈ, ਉਹ ਨਾਸ਼ਵਾਨ ਹੈ। ਕੁਝ ਉਦਾਹਰਨਾਂ ਅਤੇ ਕੁਝ ਸਰੀਰਾਂ ਅਤੇ ਕੁਝ ਵਸਤੂਆਂ ਦੀ ਗੱਲ ਸਾਹਿਬ ਜੀ ਕਰਨਗੇ। ਫਿਰ ਸਾਹਿਬ ਜੀ ਇਸੇ ਪਾਵਨ ਸ਼ਲੋਕ ਦੇ ਅਗਲੇ ਪੜਾਅ ਵਿੱਚ ਜ਼ਿਕਰ ਕਰਦੇ ਨੇ ਕਿ ਜੇ ਅੰਦਰ ਸੱਚ ਹੈ, ਤੈਨੂੰ ਸੱਚ ਦੀ ਪ੍ਰਾਪਤੀ ਹੋ ਜਾਵੇ ਤਾਂ ਤੈਨੂੰ ਉਸ ਸੱਚੇ ਅਕਾਲ ਪੁਰਖ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋਵੇਗਾ। ਅਤੇ ਜਦੋਂ ਤੂੰ ਉਹਦੇ ਅੰਦਰ ਮਿਲ ਗਿਆ, ਤੈਨੂੰ ਉਹ ਸੱਚ ਸਰੂਪ ਪਰਮੇਸ਼ਰ ਦੀ ਅਭੇਦਤਾ ਮਿਲ ਗਈ, ਤਾਂ ਫਿਰ ਤੇਰਾ ਜੀਵਨ ਜਿਹੜਾ ਹੈ ਉਹ ਆਉਣ ਜਾਣ, ਉਹ ਜੰਮਣ ਮਰਨ ਦੇ ਭੈ ਤੋਂ ਰਹਿਤ ਹੋ ਜਾਏਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਸੱਚ ਦੀ ਪ੍ਰਾਪਤੀ ਹੋਵੇ ਆਖਰ ਕਿਸ ਤਰ੍ਹਾਂ। ਫਿਰ ਵਾਰ ਦੇ ਅੰਦਰ ਪੌੜੀ ਅੰਦਰ ਸਾਹਿਬ ਜੀ ਇਹੀ ਜ਼ਿਕਰ ਕਰਦਿਆਂ ਸਮਝਾਉਣਗੇ ਕਿ ਅਕਾਲ ਪੁਰਖ ਪਰਮੇਸ਼ਰ ਜੀ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਘਾਲਣਾ ਕੀਤੀਆਂ ਨੇ, ਮੁਸ਼ੱਕਤਾਂ ਘਾਲੀਆਂ ਨੇ, ਅਤੇ ਇਹ ਸਾਰੀ ਘਾਲ ਕਮਾਈ ਜਿਨ੍ਹਾਂ ਦੀ ਸਫਲ ਹੋ ਗਈ ਹੈ। ਕਿਉਂਕਿ ਬਹੁਤ ਐਸੇ ਹਨ ਜਿਨ੍ਹਾਂ ਨੇ ਘਾਲਣਾ ਘਾਲੀਆਂ ਨੇ, ਪਰ ਕਿਤੇ ਨਾ ਕਿਤੇ ਜਾ ਕਰ ਕੇ ਉਹ ਘਾਲ ਕਮਾਈ ਜਿਹੜੀ ਉਹ ਸਫਲ ਨਾ ਹੋ ਸਕੀ। ਸੋ ਸਾਹਿਬ ਜੀ ਜਿਨ੍ਹਾਂ ਦੀ ਘਾਲ ਕਮਾਈ ਜਿਹੜੀ ਹੈ ਸਫਲ ਹੋਈ ਹੈ, ਸਾਨੂੰ ਉਹਨਾਂ ਪਿਆਰਿਆਂ ਦੀ ਸੰਗਤ ਦੇਈ ਅਤੇ ਕਿਰਪਾ ਕਰੀ ਉਹਨਾਂ ਦੀ ਖਾਕ ਚਰਨ ਧੂੜ ਜਿਹੜੀ ਹੈ ਉਹ ਸਾਨੂੰ ਬਖਸ਼ੀ, ਤਾਂ ਕਿ ਉਹਨਾਂ ਦੀ ਚਰਨ ਧੂੜੀ ਦੇ ਵਿੱਚ ਸਾਡਾ ਵੀ ਕੋਈ ਜੀਵਨ ਦਾ ਭਲਾ ਹੋ ਸਕੇ। ਸੋ ਇੰਝ ਸਾਹਿਬ ਜੀ ਅੱਜ ਸਮਝਾਉਂਦੇ ਨੇ। ਪਿਛਲੇ ਸ਼ਲੋਕਾਂ ਦੇ ਅੰਦਰ ਆਪਾਂ ਜ਼ਿਕਰ ਕਰਦੇ ਰਹੇ ਕਿ ਗਰੀਬ ਨਵਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸ਼ੇਖ ਬ੍ਰਹਮ ਸਤਿਗੁਰਾਂ ਦੇ ਨਾਲ ਜੋ ਵਾਰਤਾਲਾਪ ਕੀਤੀ, ਉਹਨੂੰ ਵੀ ਸੰਬੋਧਨ ਕੀਤਾ। ਸੋ ਪਿਛਲੇ ਕੁਝ ਸ਼ਲੋਕ ਸਤਿਗੁਰਾਂ ਨੇ ਉਹਨੂੰ ਸੰਬੋਧਨ ਕਰਕੇ ਤੇ ਨਾਲ ਆਉਣ ਵਾਲਾ ਜੋ ਜਗਤ ਸੀ, ਜੋ ਆਪਾਂ ਜੀਵ ਸਾਂ ਸੰਸਾਰ ਦੇ, ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦਾ ਇਹ ਜੋ ਪਾਵਨ ਸ਼ਲੋਕ ਹੈ, ਬੜੇ ਹੀ ਪਿਆਰੇ ਆਪਣੇ ਸੇਵਕ, ਆਪਣੇ ਸਿੱਖ ਰਾਏ ਬੁਲਾਰ ਦੇ ਨਾਲ ਇਹ ਵਾਰਤਾਲਾਪ ਹੈ। ਕਿਉਂਕਿ ਰਾਏ ਬੁਲਾਰ ਇੱਕ ਉਹ ਪਿਆਰ ਵਾਲਾ ਗੁਰੂ ਨਾਨਕ ਦਾ ਸਿੱਖ ਹੈ ਜਿਹੜਾ ਕਦੀ ਪਿਤਾ ਮਹਿਤਾ ਕਾਲੂ ਨੂੰ ਇਹ ਸ਼ਬਦ ਕਹਿੰਦਾ ਹੈ ਕਿ ਐ ਮਹਿਤਾ ਕਾਲੂ, ਐ ਮਹਿਤਾ ਕਲਿਆਣ ਦਾਸ, ਸੱਚ ਤੇ ਇਹ ਹੈ ਕਿ ਜੇ ਮੇਰੀ ਤਲਵੰਡੀ ਵਸਦੀ ਹੈ ਤੇ ਨਾਨਕ ਕਰਕੇ ਵਸਦੀ ਹੈ। ਨਾਨਕ ਕਿਤੇ ਮੈਨੂੰ ਦਿਸੇ ਨਾ, ਕਿਤੇ ਦੀਦਾਰ ਨਾ ਹੋਵਣ, ਤਾਂ ਮੈਨੂੰ ਇੰਝ ਲੱਗਦਾ ਮੇਰੀ ਤਲਵੰਡੀ ਜਿਹੜੀ ਉਜੜ ਗਈ ਹੈ। ਕਿਉਂਕਿ ਉਸ ਤਲਵੰਡੀ ਦਾ ਜਨਮ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਕਰਕੇ ਹੀ ਇਸ ਦੁਨੀਆ 'ਤੇ ਹੋਇਆ। ਨਨਕਾਣਾ ਸਾਹਿਬ ਦਾ ਜਨਮ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਕਰਕੇ ਹੀ ਇਸ ਦੁਨੀਆ 'ਤੇ ਹੈ। ਜਦੋਂ ਇਹਨੂੰ ਸਮਝਦੇ ਹਾਂ ਤੇ ਦੇਖੋ, ਬੇਸ਼ੱਕ ਉਹ ਨਗਰ
ਇਸ ਦੁਨੀਆ ਦੇ ਉੱਤੇ ਵੱਸਦਾ ਸੀ। ਅੱਜ ਵੀ ਬੜੇ ਨਗਰ ਹਨ ਇਸ ਧਰਤੀ ਦੇ ਉੱਤੇ, ਛੋਟੇ ਪਿੰਡ, ਵੱਡੇ ਵੱਡੇ ਸ਼ਹਿਰ। ਕਈ ਦਫਾ ਜਦੋਂ ਕੋਈ ਮਿਲਦਾ ਹੈ ਤੇ ਆਪਾਂ ਉਹਨੂੰ ਪੁੱਛਦੇ, ਭਾਈ ਤੇਰਾ ਨਗਰ ਕੀ ਹੈ, ਤੇ ਉਹ ਦੱਸਦਾ ਪੰਜਾਬ ਦੇ ਵਿੱਚ ਫਲਾਣਾ ਨਗਰ। ਤੇ ਆਪਾਂ ਕਈ ਦਫਾ ਸੋਚੀ ਪੈ ਜਾਂਦੇ ਵੀ ਇਹ ਨਗਰ ਕਦੀ ਸੁਣਿਆ ਨਹੀਂ ਹੈ। ਫਿਰ ਉਹ ਇਸ ਤਰ੍ਹਾਂ ਦੱਸਦਾ ਹੈ ਜੀ, ਇਹ ਛੋਟਾ ਜਿਹਾ ਨਗਰ ਹੈ, ਫਲਾਣੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ, ਫਲਾਣੇ ਸ਼ਹਿਰ ਤੋਂ ਇਸ ਤਰ੍ਹਾਂ ਥੱਲੇ ਨੂੰ ਉੱਤਰ ਕਰਕੇ, ਇਸ ਤਰ੍ਹਾਂ ਗਾਂਹ ਜਿਹਾ ਜਾ ਕਰਕੇ ਇਹ ਨਗਰ ਆਉਂਦਾ ਹੈ। ਭਾਵ ਕੁਝ ਐਸੇ ਨਗਰ ਨੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਨਹੀਂ ਹੈ, ਜਿਨ੍ਹਾਂ ਨੂੰ ਸਿਰਫ ਨਗਰ ਨਿਵਾਸੀ, ਆਸੇ ਪਾਸੇ ਦੇ ਕੁਝ ਪਿੰਡਾਂ ਵਾਲੇ ਹੀ ਜਾਣਦੇ ਹੋਣਗੇ। ਸੋ ਇਸ ਤਰ੍ਹਾਂ ਕਹਿ ਸਕਦੇ ਹਾਂ, ਉਹ ਤਲਵੰਡੀ ਜਿਸ ਨੂੰ ਕੋਈ ਬਹੁਤੇ ਲੋਕ ਜਾਣਦੇ ਨਹੀਂ ਸਨ, ਕੋਈ ਦੁਨੀਆ ਦੇ ਇਤਿਹਾਸ ਵਿੱਚ ਉਹਦਾ ਨਾਮ ਨਹੀਂ ਸੀ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰੇ ਹੈ, ਹੁਣ ਰਹਿੰਦੀ ਦੁਨੀਆ ਤੱਕ ਉਸ ਤਲਵੰਡੀ, ਉਸ ਨਨਕਾਣਾ ਸਾਹਿਬ ਨੂੰ ਦੁਨੀਆ ਜਾਣਦੀ। ਇੰਝ ਕਹਿ ਸਕਦੇ ਇਸ ਦੁਨੀਆ ਦੇ ਇਤਿਹਾਸ ਦੇ ਵਿਹੜੇ ਦੇ ਵਿੱਚ ਉਸ ਦਿਨ ਉਸ ਪਾਵਨ ਰਾਏ ਭੋਏ ਦੀ ਤਲਵੰਡੀ ਦਾ ਵੀ ਜਨਮ ਹੋਇਆ, ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ। ਕਿਉਂਕਿ ਜਦੋਂ ਇਹਨੂੰ ਧਿਆਨ ਦੇ ਨਾਲ ਅਸੀਂ ਗਹਿਰਾਈ 'ਚ ਜਾ ਕੇ ਇਸ ਗੱਲ ਨੂੰ ਸਮਝਦੇ ਹਾਂ, ਤੇ ਦੁਨੀਆ 'ਤੇ ਜਿਤਨੇ ਵੀ ਅਵਤਾਰ ਹੋਏ, ਉਹਨਾਂ ਨੇ ਜਿਹੜੇ ਨਗਰ ਚੁਣੇ, ਕੁਝ ਐਸੇ ਨਗਰ ਸਨ ਜੋ ਪਹਿਲਾਂ ਇਤਿਹਾਸਕ ਸਨ। ਉਹਨਾਂ ਦੇ ਵਿੱਚ ਅਵਤਾਰ ਹੋਣ ਕਰਕੇ ਉਹਨਾਂ ਨੂੰ ਵੱਡੇ ਮੰਨ ਲਿਆ ਗਿਆ। ਜਿਸ ਤਰ੍ਹਾਂ ਵੱਡੀ ਕੁੱਲ ਦੇ ਵਿੱਚ ਕੋਈ ਬੰਦਾ ਜਨਮ ਲਵੇ, ਉਹ ਭਾਵੇਂ ਆਪ ਕਿੰਨਾ ਨੀਚ ਹੋਵੇ, ਪਰ ਵੱਡੀ ਕੁੱਲ 'ਚ ਜਨਮ ਲੈਣ ਕਰਕੇ ਲੋਕ ਉਹਨੂੰ ਵੱਡਾ ਸਮਝਦੇ ਹਨ। ਇਸ ਤਰ੍ਹਾਂ ਦੁਨੀਆ 'ਤੇ ਹੁੰਦਾ ਸੀ ਕਿ ਕੋਈ ਇਤਿਹਾਸਕ ਨਗਰ ਹੋਣੇ, ਕੋਈ ਪੁਰਾਣੇ ਦੇਵਤਿਆਂ ਦੇ ਵਰਸਾਏ ਸ਼ਹਿਰ ਹੋਣੇ, ਉੱਥੇ ਅਵਤਾਰ ਲੈਣ ਦੇ ਨਾਲ ਉਹਨਾਂ ਮਹਾਨ ਹੋ ਜਾਣਾ। ਪਰ ਜਿਸ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਲਿਆ, ਉਸ ਤੋਂ ਪਹਿਲਾਂ ਉਹਦਾ ਕੋਈ ਇਤਿਹਾਸ ਨਹੀਂ ਸੀ। ਨਾ ਉੱਥੇ ਕੋਈ ਰਿਸ਼ੀ, ਨਾ ਪੈਗੰਬਰ, ਨਾ ਉੱਥੇ ਕਿਸੇ ਦੇਵਤੇ ਨੇ ਜਨਮ ਲਿਆ, ਨਾ ਉਸ ਧਰਤੀ ਦੇ ਉੱਤੇ ਕੋਈ ਇਤਿਹਾਸ ਸਿਰਜੇ ਗਏ। ਉਹ ਨਗਰ ਜਿਹਨੂੰ ਜਾਣਦਾ ਕੋਈ ਨਾ ਹੋਵੇ, ਗੁਰੂ ਨਾਨਕ ਪਾਤਸ਼ਾਹ ਨੇ ਉਸ ਧਰਤੀ ਨੂੰ ਚੁਣਿਆ। ਰਾਏ ਬੁਲਾਰ ਕਹਿੰਦਾ ਸੀ ਕਿ ਇਹ ਤਲਵੰਡੀ ਜਿਹੜੀ ਹੈ ਗੁਰੂ ਨਾਨਕ ਕਰਕੇ ਵਸਦੀ। ਕਦੇ ਗੁਰੂ ਨਾਨਕ ਦੇ ਉੱਪਰ ਸਰਪ ਦੀ ਛਾਂ ਤੱਕਣੀ ਉਹਨੇ, ਕਦੀ ਉਸ ਰੁੱਖ ਦੀ ਖੜੀ ਹੋਈ ਛਾਂ ਵੇਖਣੀ, ਬਾਕੀ ਸਾਰੇ ਰੁੱਖਾਂ ਦੀ ਛਾਂ ਢਲਕ ਗਈ। ਜਿਸ ਰੁੱਖ ਥੱਲੇ ਗੁਰੂ ਨਾਨਕ ਪਾਤਸ਼ਾਹ ਜੀ ਆਰਾਮ ਕਰਦੇ, ਉਹਦੀ ਛਾਂ ਜਿਹੜੀ ਉਹ ਟਿਕੀ ਹੋਈ ਹੈ। ਸਾਰਾ ਕੁਝ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਤੱਕਿਆ। ਕਦੀ ਇੱਕ ਐਸਾ ਪੁਰਖ ਆ ਕੇ ਦੁਹਾਈਆਂ ਦਿੰਦਾ ਹੈ, ਸ਼ਿਕਾਇਤਾਂ ਕਰਦਾ ਹੈ ਕਿ ਨਾਨਕ ਦੀਆਂ ਮੱਝਾਂ ਨੇ, ਉਹਦੀਆਂ ਮੱਝੀਆਂ ਨੇ ਮੇਰੀਆਂ ਸਾਰੀਆਂ ਖੇਤੀਆਂ, ਹਰੀ ਭਰੀ ਖੇਤੀ ਜਿਹੜੀ ਸੀ ਉਹਨੂੰ ਖਾ ਲਿਆ, ਉਜਾੜੇ ਪਾ ਕੇ ਰੱਖ ਦਿੱਤੇ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਪਿਆਰ ਨਾਲ ਕਹਿੰਦੇ ਸੀ, ਭਲਿਆ ਕੁਛ ਨਹੀਂ ਤੇਰਾ ਉਜੜਿਆ, ਤੂੰ ਧਿਆਨ ਦੇ ਨਾਲ ਵੇਖ ਤੇ ਸਹੀ। ਉਹ ਹਰੀ ਭਰੀ ਖੇਤੀ ਉਹਨੂੰ ਉਸੇ ਤਰ੍ਹਾਂ ਸਾਹਿਬ ਜੀ ਨੇ ਬਖਸ਼ੀ, ਉਸੇ ਤਰ੍ਹਾਂ ਪ੍ਰਾਪਤ ਹੋਈ। ਪਰ ਕਈ ਦਫਾ ਇਹ ਹੈ ਕਿ ਸਾਰਾ ਕੁਝ ਦਿਸਣ ਤੋਂ ਬਾਅਦ ਵੀ ਅਸੀਂ ਐਸੇ ਜੀਵ ਹਾਂ, ਅਸੀਂ ਫਿਰ ਵੀ ਗੁਰੂ ਕੋਲੋਂ ਉਹ ਦਾਤ ਜੋ ਹਕੀਕਤ ਵਿੱਚ ਸਾਨੂੰ ਚਾਹੀਦੀ ਉਹ ਮੰਗ ਨਹੀਂ ਸਕਦੇ। ਮੈਂ ਕਈ ਦਫਾ ਸੋਚਦਾ ਕਿ ਉਹਨੂੰ ਪਤਾ ਵੀ ਲੱਗ ਗਿਆ ਕਿ ਇਹਦੀ ਇੱਕ ਦ੍ਰਿਸ਼ਟੀ ਨੇ ਸਾਰੀ ਖੇਤੀ ਜਿਹੜੀ ਉਹ ਪਰਤ ਕੇ ਹਰੀ ਭਰੀ ਕਰਕੇ ਰੱਖ ਦਿੱਤੀ। ਮੈਂ ਕੁਝ ਸਮਾਂ ਪਹਿਲਾਂ ਵੇਖ ਕੇ ਗਿਆ, ਇੱਥੇ ਉਜਾੜ ਸੀ, ਸਾਰੀ ਖੇਤੀ ਜਿਹੜੀ ਮੱਝੀਆਂ ਨੇ ਚਰ ਲਈ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜਦੋਂ ਬਚਨ ਕਹਿੰਦੇ, ਰੋਸ ਕਿਹਦੇ ਨਾਲ ਹੈ, ਗੁੱਸਾ ਕਿਉਂ ਕਰਦਾ? ਦੇਖ, ਮੱਝੀਆਂ ਵੀ ਉਸ ਅਕਾਲ ਪੁਰਖ ਦੀਆਂ, ਇਹ ਖੇਤੀ ਵੀ ਅਕਾਲ ਪੁਰਖ ਦੀ, ਤੇ ਮੱਝੀਆਂ ਦਾ ਚਾਰੂ ਵੀ ਅਕਾਲ ਪੁਰਖ ਦਾ। ਗੁੱਸਾ ਕਾਹਦੇ ਨਾਲ, ਸ਼ਿਕਾਇਤ ਕਿਹਨੂੰ? ਤੂੰ ਵੀ ਅਕਾਲ ਪੁਰਖ ਦਾ। ਸੋ ਗੁਰੂ ਨਾਨਕ ਦੀ ਦ੍ਰਿਸ਼ਟੀ ਨਾਲ ਉਹ ਖੇਤੀ ਹਰੀ ਹੋਈ, ਪਰ ਉਸ ਭਲੇ ਪੁਰਖ ਨੂੰ ਇਹ ਸਮਝ ਨਾ ਆ ਸਕੀ ਕਿ ਮੈਂ ਇਹਦੇ ਚਰਨ ਪਕੜ ਕੇ ਕਵਾਂ ਕਿ ਬਾਬਾ ਤੇਰੇ ਕੋਲ ਤਾਂ ਉਹ ਦ੍ਰਿਸ਼ਟੀ ਹੈ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਕਿਰਪਾ ਕਰ ਸਤਿਗੁਰੂ, ਤੇਰੀ ਦ੍ਰਿਸ਼ਟੀ ਨਾਲ ਤੇ ਸੁੱਕੇ ਹਿਰਦੇ ਹਰੇ ਹੋ ਜਾਂਦੇ ਨੇ, ਮੇਰੇ ਅੰਦਰ ਵੀ ਕੋਈ ਨਾਮ ਦੀ ਹਰਿਆਵਲ ਦੇ ਦੇ। ਪਰ ਨਾ, ਇਹ ਸਮਝ ਨਾ ਆ ਸਕੀ। ਸੋ ਇਹ ਸਾਰੀ ਵਾਰਤਾਲਾਪ ਜਿਹੜੀ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਧਰੋਂ ਸ਼ੇਖ ਬ੍ਰਹਮ ਵੱਲੋਂ ਹੋ ਕਰਕੇ ਫਿਰ ਵਾਪਸ ਰਾਏ ਬੁਲਾਰ ਨੂੰ ਮਿਲਦੇ ਨੇ, ਆ ਕਰਕੇ ਜਦੋਂ ਉਹਨੇ ਪਿਆਰ ਦੇ ਸਹਿਤ ਸੁਨੇਹੇ ਵੀ ਲਾਏ ਸੀਗੇ। ਸੋ ਗਰੀਬ ਨਵਾਜ਼ ਸਾਹਿਬ ਜੀ ਦਾ ਮਿਲਾਪ ਹੁੰਦਾ ਹੈ। ਉਸ ਵਕਤ ਰਾਏ ਬੁਲਾਰ ਦਾ ਸਰੀਰ ਜਿਹੜਾ ਹੈ ਉਹ ਤਕਰੀਬਨ ਜਿਵੇਂ ਕਹਿ ਲਓ ਕਿ ਸੰਸਾਰ ਤੋਂ ਕੂਚ ਕਰਨ ਦੇ ਦਰਮਿਆਨ ਹੈ, ਨਜ਼ਦੀਕ ਹੈ। ਸੋ ਸਾਹਿਬ ਜੀ ਨੂੰ ਕੁਝ ਭਲੇ ਉਪਦੇਸ਼ ਪੁੱਛਦਾ ਹੈ, ਸੰਸਾਰ ਦੀ ਨਾਸ਼ਵਾਨਤਾ ਬਾਰੇ ਪੁੱਛਦਾ ਹੈ। ਤਾਂ ਸਾਹਿਬ ਜੀ ਇਹ ਪਾਵਨ ਬਚਨ, ਇਹ ਪਾਵਨ ਸ਼ਲੋਕ ਆਪਣੇ ਉਸ ਬਹੁਤ ਪਿਆਰੇ ਸਿੱਖ ਰਾਏ ਬੁਲਾਰ ਨੂੰ ਸਰਵਣ ਕਰਵਾਉਂਦੇ ਆ ਤੇ ਸਾਨੂੰ ਉਪਦੇਸ਼ ਬਖਸ਼ਦੇ। ਇੰਨਾ ਪਿਆਰ ਸੀ ਰਾਏ ਬੁਲਾਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਅਗਾਂਹ ਵੀ ਆਪਾਂ ਜ਼ਿਕਰ ਕਰਦੇ ਰਵਾਂਗੇ।
ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਗ੍ਰਹਿ ਵਿਖੇ ਸਨ, ਜਦੋਂ ਉਹਨੂੰ ਬਚਨ ਕਿਹਾ ਸੀ, ਤੁਰਨ ਲੱਗਿਆ ਸੀ, ਆਵਾਂਗੇ ਮਹੀਨਾ ਭਰ ਤੇਰੇ ਕੋਲ ਰਹਾਂਗੇ। ਪਰ ਜਦੋਂ ਵਾਪਿਸ ਆਏ, ਕੁਝ ਦਿਨ ਬਤੀਤ ਹੋਏ, ਭਾਈ ਮਰਦਾਨਾ ਜੀ ਜਦੋਂ ਤਲਵੰਡੀ ਆਏ ਸਨ, ਰਾਏ ਬੁਲਾਰ ਨੇ ਸੁਨੇਹਾ ਲਾਇਆ ਕਿ ਮੇਰੇ ਪਿਆਰੇ ਨੂੰ ਕਹੋ ਇੱਕ ਵਾਰ ਮੈਨੂੰ ਦੀਦਾਰ ਬਖਸ਼ ਜਾਏ, ਮੇਰੇ ਸਰੀਰ ਦਾ ਸਮਾਂ ਨਜ਼ਦੀਕ ਹੈ, ਮੈਂ ਉਹਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਸਰੀਰ ਛੱਡਣਾ ਚਾਹੁੰਦਾ ਹਾਂ, ਮੈਂ ਇੰਜ ਕਹਿ ਲਓ ਉਹਦੇ ਦੀਦਾਰ ਕਰਕੇ ਸੰਸਾਰ ਤੋਂ ਕੂਚ ਕਰਨਾ ਚਾਹੁੰਦਾ। ਇੰਨਾ ਪਿਆਰ ਸੀ ਰਾਏ ਬੁਲਾਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਿ ਜਦੋਂ ਸੁਨੇਹਾ ਮਿਲਿਆ ਤੇ ਭਾਈ ਲਾਲੋ ਨੂੰ ਸਤਿਗੁਰੂ ਕਹਿੰਦੇ ਸੀ, ਤੇਰੇ ਨਾਲ ਬਚਨ ਕੀਤਾ ਹੈ, ਇੰਨਾ ਸਮਾਂ ਤੇਰੇ ਘਰ ਵਿੱਚ ਰਹਿਣਾ, ਹਾਲੇ ਕੁਝ ਦਿਨ ਬਾਕੀ ਨੇ, ਪਰ ਇਹ ਭਾਈ ਲਾਲੋ ਜਿਹੜਾ ਸਾਨੂੰ ਸਦੜੇ ਭੇਜਦਾ, ਜਿਹੜਾ ਸੁਨੇਹਾ ਭੇਜਦਾ ਨਾ, ਉਹ ਵੀ ਤੇਰੇ ਵਰਗਾ ਪਿਆਰਾ ਸਿੱਖ ਹੈ। ਸੋ ਇਸ ਕਰਕੇ ਇੱਕ ਵਾਰ ਸਾਨੂੰ ਉਹਦੀ ਅਰਦਾਸ ਸੁਣ ਕਰਕੇ, ਉਹਦੇ ਸੁਨੇਹੇ, ਉਹਦੇ ਅੰਦਰਲੀਆਂ ਬਿਹਬਲਤਾਈ ਤੜਫ ਨਾਲ ਭਰੀਆਂ ਹੋਈਆਂ ਆਵਾਜ਼ਾਂ ਖਿੱਚਦੀਆਂ ਨੇ, ਉਹਦੇ ਪਿਆਰ, ਉਹਦੀ ਸਿੱਖ ਸਾਨੂੰ ਖਿੱਚਦੀ ਹੈ, ਸਾਨੂੰ ਕੇਰਾਂ ਜਾਣਾ ਪਵੇਗਾ। ਸੋ ਇੰਨਾ ਪਿਆਰ ਸੀ ਰਾਏ ਬੁਲਾਰ ਦੇ ਨਾਲ ਕਿ ਸਾਹਿਬ ਜੀ ਵਾਪਿਸ ਆਏ ਸਨ। ਤੇ ਆ ਕਰਕੇ ਫਿਰ ਇੰਜ ਵੀ ਇਤਿਹਾਸਕਾਰਾਂ ਨੇ ਦ੍ਰਿਸ਼ ਖਿੱਚਿਆ ਕਿ ਰਾਏ ਬੁਲਾਰ ਦਾ ਸਰੀਰ ਬਹੁਤ ਬਜ਼ੁਰਗ ਹੈ, ਉਹ ਮੰਜੇ ਦੇ ਉੱਤੇ ਲੇਟਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਤੇ ਆ ਕਰਕੇ ਕੋਲ ਖੜੇ ਹੋ ਗਏ ਤੇ ਸਾਹਿਬ ਜੀ ਨੇ ਜਿਵੇਂ ਹਿਲਾਇਆ ਉਹਨੂੰ, ਹਿਲਾਉਂਦਿਆਂ ਹੋਇਆਂ ਸਤਿਗੁਰਾਂ ਨੇ ਇੰਜ ਵੀ, ਕੁਝ ਇਤਿਹਾਸਕਾਰਾਂ ਦਾ ਕਥਨ ਹੈ, ਜ਼ਿਕਰ ਹੈ ਕਿ ਸਤਿਗੁਰਾਂ ਨੇ ਉਹਦੇ ਚਰਨਾਂ ਵਾਲੇ ਪਾਸੇ ਜਾਂ ਕਹਿ ਲਓ ਉਹਦੇ ਪੈਰ ਨੂੰ ਫੜ ਕੇ ਹਿਲਾਇਆ ਤੇ ਉਹ ਇੱਕਦਮ ਉੱਠਿਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸ਼ਬਦ ਕਹਿੰਦਾ ਕਿ ਨਹੀਂ, ਤੁਸੀਂ ਮੇਰੇ ਪੈਰਾਂ ਨੂੰ ਹੱਥ ਲਾ ਕਰਕੇ ਮੇਰੇ ਤੇ ਭਾਰ ਨਾ ਚੜਾਓ। ਜਦੋਂ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਹੁਣ ਬਹੁਤ ਬਜ਼ੁਰਗ ਸਰੀਰ ਹੈ, ਥੋੜ੍ਹਾ ਜਿਹਾ ਉੱਠ ਕੇ ਜਿਵੇਂ ਮੰਜੇ ਦੇ ਉੱਤੇ ਬਹਿ ਜਾਈਏ, ਹੁਣ ਉਹ ਮੰਜੇ ਦੇ ਉੱਪਰ ਬੈਠਾ ਹੈ ਰਾਏ ਬੁਲਾਰ, ਗੁਰੂ ਨਾਨਕ ਪਾਤਸ਼ਾਹ ਕੋਲ ਖੜੇ ਨੇ, ਤਾਂ ਬਿਲਕੁਲ ਜਿਵੇਂ ਕਹਿ ਲਓ ਉਚਾਈ ਦੇ ਤੌਰ 'ਤੇ ਬਰਾਬਰਤਾ ਹੋ ਜਾਂਦੀ। ਵੈਸੇ ਤਾਂ ਗੁਰੂ ਦੀ ਬਰਾਬਰਤਾ ਨਹੀਂ ਹੋ ਸਕਦੀ। ਸੋ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਰਾਏ ਬੁਲਾਰ ਨੂੰ ਗਲ ਵਕੜੀ ਲਿਆ, ਜਿਵੇਂ ਕਹੋ, ਆਪ ਗੁਰੂ ਨਾਨਕ ਪਾਤਸ਼ਾਹ ਖੜੇ ਨੇ, ਰਾਏ ਬੁਲਾਰ ਬੈਠੇ ਨੇ ਮੰਜੇ ਦੇ ਉੱਤੇ, ਸਰੀਰ ਬਿਰਧ ਹੈ। ਗੁਰੂ ਨਾਨਕ ਪਾਤਸ਼ਾਹ ਨੇ ਗਲ ਵਕੜੀ ਵਿੱਚ ਲੈ ਕਰਕੇ ਆਪਣੇ ਸੀਨੇ ਦੇ ਨਾਲ ਲਾਇਆ ਤੇ ਉਹਨੂੰ ਕਈ ਅਸੀਸਾਂ ਦੇ ਨਾਲ ਰਾਏ ਬੁਲਾਰ ਨੂੰ ਨਿਵਾਜਿਆ। ਤੇ ਇੰਜ ਕਹਿ ਦਈਏ, ਗੁਰੂ ਨਾਨਕ ਪਾਤਸ਼ਾਹ ਜੀ ਦੀ ਛੋਹ, ਜੋ ਗਲ ਵਕੜੀ ਦੀ ਛੋਹ ਸੀ, ਉਹ ਰਾਏ ਬੁਲਾਰ ਨੂੰ ਉਸ ਦਿਨ ਪ੍ਰਾਪਤ ਹੋਈ। ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਅਸੀਸਾਂ ਦਿੱਤੀਆਂ, ਪਰ ਅੱਜ ਸਾਹਿਬ ਜੀ ਨੇ ਸਮਝਾਇਆ, ਤੂੰ ਜਿਉਂਦਿਆਂ ਵੀ ਮੇਰੀ ਗਲ ਵਕੜੀ ਦੇ ਵਿੱਚ ਆ ਗਿਆ, ਮੇਰੇ ਇਹਨਾਂ ਬਾਹਾਂ ਦੇ ਵਿੱਚ, ਮੇਰੇ ਕਲਾਵਿਆਂ ਦੇ ਵਿੱਚ ਹੈ, ਮੇਰੀ ਗੋਦ ਦੇ ਵਿੱਚ ਹੈ, ਤੇ ਜਦੋਂ ਤੂੰ ਇਸ ਜਹਾਨ ਤੋਂ ਕੂਚ ਕਰੇਂਗਾ, ਉਸ ਦਿਨ ਵੀ ਤੂੰ ਮੇਰੀ ਗੋਦ ਦੇ ਵਿੱਚ ਹੈ। ਇੰਜ ਵੀ ਜ਼ਿਕਰ ਆਉਂਦਾ, ਰਾਏ ਬੁਲਾਰ ਨੇ ਆਪਣਾ ਸਰੀਰ ਜਿਹੜਾ ਸੀ, ਅਖੀਰਲਾ ਸਵਾਸ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਵਿੱਚ ਲਿਆ ਹੈ। ਸੋ ਐਸਾ ਪਿਆਰ ਵਾਲਾ ਉਹ ਗੁਰੂ ਕਾ ਸਿੱਖ ਸੀ, ਬਹੁਤ ਪਿਆਰ, ਅਥਾਹ ਪਿਆਰ ਕਰਦਾ ਸੀ, ਉਹਦੇ ਪਿਆਰ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਸੋਨੂੰ ਸਾਹਿਬ ਜੀ ਉਪਦੇਸ਼ ਬਖਸ਼ਦਿਆਂ ਇਹ ਪਾਵਨ ਬਚਨ ਕਹੇ। ਸਾਹਿਬ ਜ਼ਿਕਰ ਕਰਦਿਆਂ ਕਹਿਣ ਲੱਗੇ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਕਿਸੇ ਤਰ੍ਹਾਂ ਦਾ ਸੋਗ ਨਾ ਕਰੀ ਰਾਏ ਬੁਲਾਰ ਕਿ ਮੈਂ ਸੰਸਾਰ ਤੋਂ ਤੁਰ ਚੱਲਾਂ, ਆ ਜਿਹੜਾ ਪਸਾਰਾ ਹੈ ਨਾ, ਇਹ ਸਾਰਾ ਕੁਝ ਝੂਠ ਹੈ। ਫਿਰ ਉਹਨੇ ਵੀ ਜਦੋਂ ਪੁੱਛਿਆ ਸੀ, ਮਹਾਰਾਜ ਇਹ ਪਸਾਰੇ ਦੀ ਸੱਚਾਈ ਕੀ ਹੈ? ਬੇਸ਼ੱਕ ਉਹ ਆਤਮਦਰਸ਼ੀ ਸੀ, ਕਿਉਂਕਿ ਜਿਹਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰ ਲਈ, ਉਹ ਤੇ ਸੁੱਤੇ ਸਿੱਧ ਹੀ ਸੰਸਾਰ ਨੂੰ ਨਾਸ਼ਵਾਨ ਸਮਝਣ ਲੱਗ ਪਿਆ। ਸਮਝ ਆ ਗਈ ਉਹਨੂੰ ਜੀਵਨ ਦੀ ਜ਼ਿੰਦਗੀ ਦੀ। ਪਰ ਫਿਰ ਵੀ ਸਾਡੇ ਭਲੇ ਹਿੱਤ, ਜਿਵੇਂ ਕਹਿ ਦਿਓ ਪਰਿਵਾਰ ਦੇ ਭਲੇ ਹਿੱਤ, ਗੁਰੂ ਨਾਨਕ ਪਾਤਸ਼ਾਹ ਨੂੰ ਨੇ ਪੁੱਛਿਆ। ਸਭ ਕਹਿੰਦੇ ਸੋਗ ਨਾ ਕਰ, ਇਹ ਜਿਹੜਾ ਸੰਸਾਰ ਹੈ ਕੂੜ ਰਾਜਾ, ਐ ਰਾਏ ਬੁਲਾਰ ਤੂੰ ਵੀ ਇੱਕ ਰਾਜਾ ਹੈ ਇਸ ਤਲਵੰਡੀ ਦਾ। ਬਾਕੀ ਵੀ ਇਸ ਧਰਤੀ ਦੇ ਉੱਤੇ ਬਾਬਰ ਵਰਗੇ ਰਾਜੇ ਵੀ ਹਨ, ਹੋਰ ਵੀ ਬੜੇ ਬੜੇ ਵੱਡੇ ਰਾਜੇ ਨੇ ਇਸ ਧਰਤੀ ਦੇ ਉੱਤੇ, ਪਰ ਕੂੜ, ਸਾਰਾ ਕੁਝ ਝੂਠਾ ਹੈ। ਰਾਜਾ ਵੀ ਝੂਠਾ ਹੈ ਤੇ ਰਾਜ ਵੀ ਝੂਠਾ ਹੈ। ਇਹ ਨਹੀਂ ਕਿ ਜੇ ਰਾਜਾ ਮਰ ਜਾਂਦਾ ਤੇ ਰਾਜ ਸੱਚਾ ਰਹਿੰਦਾ, ਰਾਜ ਵੀ ਝੂਠੇ ਨੇ। ਇੱਕ ਰਾਜ ਅੱਜ ਦੂਜੇ ਰਾਜੇ ਦੇ ਕੋਲ ਹੈ, ਕੱਲ੍ਹ ਨੂੰ ਸਾਹਮਣੇ ਵਾਲਾ ਕੋਈ ਹੋਰ ਰਾਜਾ ਹਮਲਾ ਕਰਦਾ, ਉਹ ਉਹਦੇ ਉੱਤੇ ਭਾਰੂ ਪੈ ਜਾਂਦਾ, ਉਸ ਰਾਜ ਦਾ ਮਾਲਕ ਉਹ ਬਣ ਜਾਂਦਾ। ਇਹ ਰਿਆਸਤ ਜੀ ਪਹਿਲਾਂ ਫਲਾਣੇ ਰਾਜੇ ਦੇ ਅਧੀਨ ਆਉਂਦੀ ਸੀ, ਫਿਰ ਦੂਜੇ ਨੇ ਜਿੱਤ ਪ੍ਰਾਪਤ ਕਰ ਲਈ, ਇਹ ਰਾਜ ਉਹਦੇ ਅਧੀਨ ਚਲਾ ਗਿਆ। ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬੜੇ ਰਾਜਿਆਂ ਨੇ ਆ ਕਰਕੇ ਰਾਜ ਕੀਤਾ। ਸੋ ਆਖਰ ਉਹਨਾਂ ਦੇ ਰਾਜ ਭਾਗ ਵੀ ਝੂਠ ਤੇ ਉਹ ਰਾਜੇ ਵੀ ਝੂਠ ਸਨ। ਸਭ ਕਹਿੰਦੇ ਕੂੜ ਪਰਜਾ, ਕੱਲਾ ਰਾਜਾ ਹੀ ਝੂਠਾ ਨਹੀਂ, ਆ ਸਾਰੀ ਪਰਜਾ ਜਿਹੜੀ ਲੋਕਾਈ ਹੈ, ਇਹ ਵੀ ਸਭ ਕੁਝ ਝੂਠਾ ਹੈ।
ਇਹ ਜੋ ਕੁਝ ਦਿਸਦਾ ਪਿਆ, ਜੋ ਦਿਸੈ ਸੋ ਸਗਲ ਬਿਨਾਸੀ, ਇਹ ਜੋ ਦਿਸਦਾ ਇਹ ਸਾਰਾ ਕੁਝ ਨਾਸ਼ਵਨ, ਕੂੜ ਸਭ ਸੰਸਾਰ। ਤੇ ਇਹ ਰਾਏ ਬੁਲਾਰ, ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਸਾਰੇ ਦਾ ਸਾਰਾ ਹੀ ਝੂਠਾ ਹੈ। ਇਹ ਤਾਂ ਸਿਰਫ ਇੱਕ ਦਿਸਦਾ ਹੋਇਆ ਪਸਾਰਾ ਹੈ ਜੋ ਸਾਡੀ ਦ੍ਰਿਸ਼ਟੀ ਨੂੰ ਭਾਸਦਾ ਹੈ, ਵਕਤੀ ਸਮੇਂ ਦੇ ਵਾਸਤੇ ਸੱਚ ਹੈ। ਕਿਉਂਕਿ ਪਿਛਲੇ ਸ਼ਲੋਕਾਂ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ, ਜਦੋਂ ਪਾਣੀ ਦਾ ਬੁਲਬੁਲਾ ਬਣਦਾ ਹੈ, ਉਹ ਭਾਵੇਂ 2 ਸੈਕਿੰਡ ਹੀ ਕਿਉਂ ਨਾ ਬਣੇ, ਉਹਨੇ ਸਮੇਂ ਵਾਸਤੇ ਤੇ ਉਹ ਸੱਚ ਹੈ, ਪਰ ਹਕੀਕਤ ਵਿੱਚ ਉਹ ਝੂਠ ਹੈ। ਪਾਣੀ ਦੀ ਲਹਿਰ ਉੱਠਦੀ ਹੈ ਨਦੀ ਦੇ ਵਿੱਚ, ਭਾਵੇਂ ਉਹ 2-4 ਸੈਕਿੰਡ ਲਈ ਉੱਠੇ, ਜਿੰਨਾ ਸਮਾਂ ਉੱਠੀ ਹੈ ਓਨਾ ਸਮਾਂ ਤੇ ਉਹ ਸੱਚ ਹੈ, ਪਰ ਬਾਅਦ ਵਿੱਚ ਉਹ ਨਾਸ਼ਵਾਨ ਹੈ। ਪਹਿਲਾਂ ਵੀ ਉਹ ਨਾਸ਼ਵਾਨ ਸੀ। ਸੋ ਇੰਦ ਸਾਹਿਬ ਕਹਿੰਦੇ ਕੂੜ ਸਭ ਸੰਸਾਰ, ਇਹ ਸਾਰਾ ਸੰਸਾਰ ਜਿਹੜਾ ਇਹ ਝੂਠਾ ਹੈ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਇਹ ਮੰਡਪ, ਇਹ ਮਹਿਲ, ਇਹ ਸਾਰੀਆਂ ਮਹਿਲ ਮਾੜੀਆਂ ਜਿਹੜੀਆਂ, ਉੱਚੇ ਮਨਾਰੇ ਜਿਹੜੇ ਹਨ, ਸਭ ਕਹਿੰਦੇ ਇਹ ਸਾਰਾ ਕੁਝ ਝੂਠਾ ਹੈ। ਤੇ ਇਹਨਾਂ ਦੇ ਵਿੱਚ ਬੈਸਨਹਾਰ ਰਹਿਣ ਵਾਲੇ, ਇਹਨਾਂ ਦੇ ਵਿੱਚ ਜ਼ਿੰਦਗੀ ਦੇ ਸੁੱਖ ਹੰਢਾਉਣ ਵਾਲੇ, ਇਹਨਾਂ ਦੇ ਵਿੱਚ ਰਹਿ ਕਰਕੇ ਸਿਰਫ ਭੋਗਾਂ ਨੂੰ ਭੋਗਣ ਵਾਲੇ, ਉਹ ਵੀ ਝੂਠੇ ਹਨ। ਕਿਉਂਕਿ ਇਸ ਪਾਵਨ ਸ਼ਲੋਕ ਦੇ ਵਿੱਚ ਸਭ ਅਖੀਰ ਤੇ ਇਹ ਵੀ ਜ਼ਿਕਰ ਕਰਨਗੇ ਕਿ ਜਿਹੜੇ ਸਿਰਫ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਹੋ ਕੇ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹਦੀਆਂ ਦਾਤਾਂ ਦੇ ਤਾਈਂ ਸਿਰਫ ਪਿਆਰ ਰੱਖਿਆ, ਉੱਚੇ ਉੱਚੇ ਮਹਿਲਾਂ ਮਾੜੀਆਂ ਦੇ ਵਿੱਚ ਜੀਵਨ ਬਸਰ ਕੀਤੇ, ਪਰ ਰੱਬ ਯਾਦ ਨਾ ਆਇਆ। ਇੱਕ ਛੋਟੀ ਜਿਹੀ ਕਹਾਣੀ ਖਿਆਲ ਆਉਂਦੀ, ਇੱਕ ਦਫਾ ਕਹਿੰਦੇ ਕਿਸੇ ਰਾਜੇ ਨੇ ਆਪਣੀ ਇੱਕ ਗੋਲੀ ਨੂੰ, ਆਪਣੀ ਇੱਕ ਸੇਵਾਦਾਰਨੀ ਜੋ ਰਾਣੀ ਦੀ ਸੇਵਾ ਕਰਦੀ ਸੀ, ਦਾਸੀ, ਉਹਨੂੰ ਬਹੁਤ ਮਾਰਿਆ। ਕਾਰਨ ਇਹ ਬਣਿਆ ਕਿ ਰਾਜਾ ਤੇ ਉਹਦੀ ਰਾਣੀ ਜਿਹੜੀ ਹੈ, ਉਹ ਜਿਸ ਸੇਜ ਦੇ ਉੱਤੇ ਸੌਂਦੇ ਸਨ, ਉਹ ਗੋਲੀ ਰੋਜ਼ ਉਸ ਸੇਜ ਨੂੰ ਫੁੱਲਾਂ ਦੇ ਨਾਲ ਤਿਆਰ ਕਰਦੀ ਸੀ, ਉਸ ਸੇਜ ਦੇ ਉੱਤੇ ਫੁੱਲ ਵਿਛਾਇਆ ਕਰਦੀ ਸੀ। ਇੱਕ ਦਿਨ ਸੁਭਾਵਕ ਉਹ ਦਾਸੀ, ਉਹ ਸੇਵਾਦਾਰਨੀ ਗੋਲੀ, ਕੁਝ ਸਰੀਰਕ ਪਰਿਸ਼ਰਮ, ਸਾਰਾ ਦਿਨ ਰਾਜ ਦੇ ਕੰਮ ਜ਼ਿਆਦਾ, ਉਹਦੇ ਨਾਲ ਥਕਾਵਟ ਹੋਈ ਸਰੀਰ ਨੂੰ। ਆਖਰ ਉਹਨੇ ਆਪਣੀ ਡਿਊਟੀ ਨਿਭਾਉਂਦਿਆਂ ਉਹ ਸਾਰੀ ਫੁੱਲਾਂ ਦੀ ਸੇਜ ਜਿਹੜੀ ਸੀ ਉਹਨੂੰ ਸਜਾ ਦਿੱਤਾ, ਉਹਦੇ ਤੇ ਫੁੱਲ ਵਿਛਾ ਦਿੱਤੇ। ਇੰਨਾ ਸਾਰਾ ਕੁਝ ਕਰਦਿਆਂ ਥੱਕਿਆ ਹੋਇਆ ਸਰੀਰ ਥੋੜ੍ਹੀ ਦੇਰ ਕਿਤੇ ਉੱਥੇ ਬੈਠਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਦੇ ਵਿੱਚ ਹੀ ਉਹਨੂੰ ਨੀਂਦ ਆ ਗਈ। ਉਸ ਸੇਜ ਦੇ ਉੱਤੇ ਲੰਮੀ ਪੈ ਗਈ, ਨੀਂਦ ਦੇ ਵਿੱਚ ਨਹੀਂ ਪਤਾ ਚੱਲਿਆ। ਕੁਝ ਸਮੇਂ ਬਾਅਦ ਰਾਜਾ ਵਾਪਿਸ ਆਇਆ ਹੈ ਆਪਣੇ ਮਹਿਲ ਦੇ ਅੰਦਰ ਜਿੱਥੇ ਆਰਾਮ ਕਰਨਾ। ਕੀ ਦੇਖਿਆ ਕਿ ਉਹ ਗੋਲੀ, ਉਹ ਦਾਸੀ ਫੁੱਲਾਂ ਦੀ ਸੇਜ ਵਿਛਾ ਕੇ ਉੱਤੇ ਆਰਾਮ ਕਰਦੀ, ਤੇ ਬੜੇ ਫੁੱਲ ਜਿਹੜੇ ਨੇ ਉਹਦੇ ਲੇਟਣ ਦੇ ਨਾਲ ਮਧੋਲੇ ਗਏ ਨੇ, ਮਿੱਧੇ ਗਏ ਹਨ। ਉਹਨੇ ਛਮਕ ਫੜੀ ਤੇ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ, ਕੋਰੜੇ ਵੀ ਉਹਨੂੰ ਮਾਰੇ। ਜਦੋਂ ਉਹਨੂੰ ਮਾਰਿਆ ਪਹਿਲੀ ਦਫਾ ਤੇ ਇੱਕ ਵਾਰ ਉਹ ਥੋੜ੍ਹਾ ਜਿਹਾ ਰੋਈ, ਪਰ ਬਾਅਦ ਵਿੱਚ ਜਦੋਂ ਉਹਨੂੰ ਮਾਰ ਬਹੁਤ ਪੈਣ ਲੱਗੀ ਤੇ ਉਹ ਦਾਸੀ, ਉਹ ਗੋਲੀ ਉੱਚੀ ਉੱਚੀ ਹੱਸਣ ਲੱਗ ਪਈ। ਰਾਜਾ ਬੜਾ ਹੈਰਾਨ, ਕਹਿੰਦਾ ਮੈਂ ਤੈਨੂੰ ਕੋਰੜੇ ਮਾਰਦਾ ਪਿਆ, ਤੇਰੇ ਤਨ ਦੇ ਉੱਤੇ ਇੰਨਾ ਦੁੱਖ ਆ ਰਿਹਾ ਹੈ, ਇੰਨਾ ਤੈਨੂੰ ਕਸ਼ਟ ਦਿੱਤਾ ਜਾ ਰਿਹਾ ਹੈ, ਤੂੰ ਫਿਰ ਵੀ ਹੱਸ ਰਹੀ ਹੈ, ਕਿ ਮੈਂ ਪੁੱਛ ਸਕਦਾ ਤੇਰੇ ਹੱਸਣ ਦਾ ਕਾਰਨ ਕੀ? ਉਹਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੀ ਰਾਜਾ, ਪਹਿਲਾਂ ਤਾਂ ਮੈਨੂੰ ਦੁੱਖ ਲੱਗਾ ਸੀ ਜਦੋਂ ਤੂੰ ਮਾਰਿਆ, ਪਰ ਫਿਰ ਮੈਨੂੰ ਇੱਕ ਗੱਲ ਦੀ ਸਮਝ ਆਈ ਤੇ ਮੈਂ ਹੱਸਣਾ ਸ਼ੁਰੂ ਕਰ ਦਿੱਤਾ। ਉਹ ਗੱਲ ਇਹ ਹੈ, ਮੈਂ ਚੰਦ ਮਿੰਟਾਂ ਦੇ ਵਾਸਤੇ ਇਸ ਸੇਜ ਦੇ ਉੱਤੇ ਲੇਟੀ ਹਾਂ ਤੇ ਮੈਨੂੰ ਇੰਨੇ ਕੋਰੜੇ ਪਏ ਨੇ, ਇੰਨੀ ਮਾਰ ਪਈ ਹੈ, ਤੇ ਤੂੰ ਤੇ ਰੋਜ਼ ਇਹਦੇ ਤੇ ਲੇਟਦਾ, ਤੇਰੀ ਰਾਣੀ ਵੀ ਰੋਜ਼ ਇਸ ਸੇਜ ਦੇ ਉੱਤੇ ਲੇਟਦੀ ਹੈ, ਤੇ ਤੁਹਾਡਾ ਕੀ ਹਾਲ ਹੋਏਗਾ? ਮੈਂ ਤੇ ਚੰਦ ਘੜੀਆਂ ਇਹਦੇ ਤੇ ਪਈ ਤੇ ਮੈਨੂੰ ਇੰਨੀ ਮਾਰ ਪਈ, ਤੇ ਆਖਰ ਤੁਸੀਂ ਤਾਂ ਜ਼ਿੰਦਗੀ ਇਹਨਾਂ ਦੇ ਉੱਤੇ ਹੰਡਾਉਂਦੇ ਹੋ, ਤੁਸੀਂ ਤੇ ਸਾਰੀ ਸਾਰੀ ਰਾਤ ਇਹਨਾਂ ਤੇ ਵਿਸ਼ੇ ਭੋਗਦੇ ਹੋ, ਲੇਟਦੇ ਹੋ, ਇਹਨਾਂ ਨੂੰ ਮਾਣਦੇ ਹੋ, ਤੁਹਾਡਾ ਹਾਲ ਉਸ ਦਰਗਾਹ ਦੇ ਵਿੱਚ ਕੀ ਹੋਏਗਾ? ਇਸ ਲਈ ਸਾਹਿਬ ਇੱਥੇ ਕਹਿੰਦੇ ਨੇ ਇਹ ਮਹਿਲ ਮਾੜੀਆਂ, ਇਹ ਮੰਡਪ, ਇਹ ਸਾਰਾ ਕੁਛ ਜਿਹੜਾ ਹੈ ਕੂੜ ਹੈ। ਮੰਡਪ ਇੱਕ ਪੰਡਾਲ ਨੂੰ ਵੀ ਕਹਿੰਦੇ, ਕਈ ਦਫਾ ਪੰਜਾਬ ਦੇ ਵਿੱਚ ਆਪਾਂ ਸ਼ਬਦ ਕਹਿ ਦਿੰਦੇ ਟੈਂਟ ਲੱਗਾ, ਮਹਾਰਾਸ਼ਟਰ ਦੇ ਅੰਦਰ ਜਾਂ ਹੋਰ ਸਟੇਟਾਂ ਦੇ ਵਿੱਚ ਕਿਹਾ ਜਾਂਦਾ ਮੰਡਪ ਸਜਾਇਆ ਗਿਆ। ਭਾਵ ਜਦੋਂ ਟੈਂਟ ਲਾਉਂਦੇ ਨੇ, ਭਾਵੇਂ ਕੋਈ ਵਿਆਹ ਦਾ ਪ੍ਰੋਗਰਾਮ ਹੈ ਜਾਂ ਕੋਈ ਹੋਰ ਖੁਸ਼ੀ ਦਾ ਪ੍ਰੋਗਰਾਮ ਜਾਂ ਕੋਈ ਦੀਵਾਨ ਵੀ ਸਜਣਾ ਹੋਵੇ, ਕਹਿੰਦੇ ਮੰਡਪ ਸਜਾਇਆ ਗਿਆ। ਤੇ ਸਭ ਕਹਿੰਦੇ ਉਹ ਮੰਡਪ, ਉਹਨਾਂ ਮੰਡਪਾਂ ਦੇ ਵਿੱਚ ਬਹਿਣ ਵਾਲੇ ਉਪਦੇਸ਼ ਕਰਤਾ ਜਾਂ ਰਾਜਿਆਂ ਵਾਸਤੇ ਮੰਡਪ ਸਜਾਏ ਜਾਣ ਤੇ ਮਾੜੀਆਂ ਸਜਾਈਆਂ ਜਾਣ ਮਹਿਲ ਮਾੜੀਆਂ, ਇਹ ਸਾਰਾ ਕੁਛ ਜਿਹੜਾ ਹੈ ਝੂਠਾ, ਤੇ ਇਹਨਾਂ 'ਚ ਬੈਠਣ ਵਾਲੇ ਵੀ ਝੂਠੇ ਹਨ। ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਫਿਰ ਦਾਤਾਰ ਜੀ ਕਹਿੰਦੇ
ਇਸ ਤਨ ਦੇ ਉੱਤੇ ਪਹਿਨਿਆ ਹੋਇਆ ਸੋਨਾ ਜਿਹੜਾ ਹੈ ਉਹ ਵੀ ਕੂੜ ਹੈ, ਉਹ ਵੀ ਝੂਠ ਹੈ, ਕੇਵਲ ਸਵਾਹ ਹੈ, ਇਸ ਤੋਂ ਬਿਨਾਂ ਕੁਛ ਨਹੀਂ। ਫਿਰ ਚਾਂਦੀ ਪਾਉਂਦੇ ਨੇ ਲੋਕ ਇਸ ਤਨ ਦੇ ਉੱਤੇ, ਤਾਂ ਸਾਹਿਬ ਕਹਿੰਦੇ ਕੂੜ ਰੂਪਾ, ਉਹ ਚਾਂਦੀ ਵੀ ਝੂਠ ਹੈ। ਬੇਸ਼ੱਕ ਸੋਨੇ ਦੀ ਚਮਕ ਬੜੀ ਹੋਵੇ, ਚਾਂਦੀ ਦੀ ਚਮਕ ਬੜੀ ਹੋਵੇ, ਪਰ ਹੈ ਸਾਰਾ ਕੁਝ ਸਵਾਹ ਹੈ। ਤਾਂ ਦਾਤਾਰ ਜੀ ਕਹਿੰਦੇ ਕੂੜ ਪਹਿਨਣਹਾਰ, ਇਹ ਨਹੀਂ ਕਿ ਸਿਰਫ ਸੋਨਾ ਹੀ ਕੂੜ ਹੈ, ਚਾਂਦੀ ਹੀ ਕੂੜ ਹੈ, ਇਹਨਾਂ ਨੂੰ ਪਹਿਨਣ ਵਾਲੇ ਜਿਹੜੇ ਸਰੀਰ ਨੇ ਉਹ ਵੀ ਝੂਠੇ ਹਨ। ਜਿਸ ਤਰ੍ਹਾਂ ਪਿਛਲੇ ਸਲੋਕਾਂ ਵਿੱਚ ਵੀ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ ਸੀ ਕਿ ਰਾਜੇ ਰਾਣੀਆਂ ਦੇ ਸਵਾਂਗ ਬਣਾਉਣ ਵਾਲੇ ਜਿਹੜੇ ਨੇ, ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ, ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ, ਲੱਖ ਟੰਕਿਆ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਛਾਰ। ਕਿ ਜਿਸ ਤਨ ਦੇ ਉੱਤੇ ਸਾਰਾ ਕੁਝ ਪਾਇਆ ਜਾਂਦਾ, ਆਖਰ ਉਹ ਤਨ ਵੀ ਸਵਾਹ ਹੈ, ਤਨ ਵੀ ਮਿੱਟੀ ਹੈ। ਤੇ ਸੱਚਾਈ ਇਹ ਹੈ ਇਸ ਤਨ ਦੀ, ਕਈ ਦਫਾ ਦੇਖਦੇ 6 ਫੁੱਟ ਦਾ ਸਰੀਰ ਹੁੰਦਾ ਹੈ, 6.5 ਫੁੱਟੇ ਸਰੀਰ ਵੀ ਵੇਖੇ, 5.5 ਫੁੱਟ ਸਰੀਰ, ਭਾਵ ਕਿ ਇੱਕ ਤੋਂ ਇੱਕ ਕੱਦ ਹੈ ਦੁਨੀਆ ਤੇ। ਪਰ ਜਦੋਂ 6.5 ਫੁੱਟ ਦਾ ਸਰੀਰ ਸੰਸਕਾਰ ਕਰਨ ਤੋਂ ਬਾਅਦ ਉਹਨੂੰ ਇਕੱਠਾ ਕਰਦੇ ਨੇ ਤੇ ਛੋਟੀ ਜਿਹੀ ਕੁੱਜੀ ਦੇ ਵਿੱਚ ਪਾ ਕਰਕੇ ਬੰਦਾ ਉਹਨੂੰ ਜਲ ਪ੍ਰਵਾਹ ਕਰਨ ਵਾਸਤੇ ਤੁਰਿਆ ਜਾਂਦਾ ਹੈ ਵੀ ਇਹ ਜੀ ਅਸਤ ਪ੍ਰਵਾਹ ਕਰਨ ਚੱਲੇ ਹਾਂ, ਫੁੱਲ ਪਾਉਣ ਚੱਲੇ ਹਾਂ। ਕਿੱਥੇ ਹੈ ਜੀ? ਆ ਛੋਟੇ ਜਿਹੇ ਘੜੇ ਦੇ ਵਿੱਚ ਪਾਇਆ। ਉਹ ਜਿਹੜਾ ਬੰਦਾ ਇੰਨੀਆਂ ਡੀਂਗਾਂ ਮਾਰਦਾ ਸੀ ਕਿ ਮੈਂ ਐਡਾ ਵੱਡਾ ਬਲਵਾਨ, ਮੈਂ ਐਡਾ ਪਹਿਲਵਾਨ, ਮੈਂ ਐਡਾ ਸੂਰਮਾ, ਉਹ ਤੇਰੇ ਨਾਲ ਤੇ ਕੁੱਜੀ ਵੀ ਪੂਰੀ ਨਾ ਭਰ ਸਕੀ। ਇਹ ਸੱਚਾਈ ਹੈ। ਕਦੀ ਕਿਸੇ ਅਸਤ ਪਾਏ ਹੋਏ ਘੜੇ ਨੂੰ ਵੇਖਿਓ, ਉਹ ਵੀ ਪੂਰਾ ਨਹੀਂ ਭਰਦਾ, ਤੇ ਤੂੰ ਕਾਹਦਾ ਮਾਣ ਕਰਦਾ? ਤੂੰ ਤੇ ਇੱਕ ਘੜੇ ਦੇ ਵਿੱਚ ਵੀ ਪੂਰਾ ਨਾ ਆ ਸਕਿਆ, ਉਹ ਵੀ ਅੱਧਿਓਂ ਜ਼ਿਆਦਾ ਖਾਲੀ ਰਹਿ ਗਿਆ, ਤੇ ਹਾਲੇ ਤੱਕ ਤੂੰ ਸੰਸਾਰ ਦੇ ਉੱਤੇ ਹੰਕਾਰ ਕਰਦਾ। ਤਾਂ ਸਭ ਕਹਿੰਦੇ ਕੂੜ ਪਹਿਨਣਹਾਰ, ਤੇ ਸਾਰਾ ਕੁਝ ਪਹਿਨਣ ਵਾਲੇ ਵੀ ਕੂੜ ਝੂਠੇ ਹਨ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਸਭ ਕਹਿੰਦੇ ਕਾਇਆ ਵੀ ਕੂੜ ਹੈ, ਇਹ ਕਾਇਆ ਵੀ ਝੂਠੀ ਹੈ, ਕਾਇਆ ਵੀ ਨਾਸ਼ਵਾਨ ਹੈ। ਇਸ ਕਾਇਆ ਦੀ ਨਾਸ਼ਵਾਨਤਾ ਦੇ ਬੇਅੰਤ ਬਚਨ ਆਪਾਂ ਸਾਹਿਬ ਜੀ ਦੀ ਬਾਣੀ ਅੰਦਰ ਪੜ੍ਹਦੇ ਹਾਂ। ਸੋ ਖੈਰ ਇੱਥੇ ਜੋ ਸਿਰਫ ਇਸ਼ਾਰਾ ਮਾਤਰ, ਕੂੜ ਕਾਇਆ, ਆ ਕਾਇਆ ਜਿਹੜੀ ਹੈ ਉਹ ਝੂਠੀ ਹੈ। ਫਿਰ ਸਾਹਿਬ ਕਹਿੰਦੇ ਕੂੜ ਕੱਪੜ, ਅੱਗੇ ਸਾਹਿਬ ਜ਼ਿਕਰ ਕਰਨਗੇ ਚੱਲ ਕੇ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਕੱਪੜ ਰੂਪ ਬਹੁਤ ਸੋਹਣਾ ਹੈ ਸੰਸਾਰ ਦੇ ਉੱਤੇ, ਪਰ ਸਾਹਿਬ ਕਹਿੰਦੇ ਛੱਡ ਦੁਨੀਆ ਅੰਦਰ ਜਾਵਣਾ। ਜਿੰਨੇ ਮਰਜ਼ੀ ਬ੍ਰਾਂਡਡ ਕੱਪੜੇ ਪਾਏ ਜਾਣ, ਪਰ ਦੁਨੀਆ ਤੇ ਕਦੀ ਕਿਸੇ ਨੇ ਇਹ ਦੇਖਿਆ? ਹਰ ਚੀਜ਼ ਜਿਹੜੀ ਹੈ ਤੁਹਾਨੂੰ ਕਿਸੇ ਨਾ ਕਿਸੇ ਬ੍ਰਾਂਡ ਦੇ ਵਿੱਚ ਮਿਲੇਗੀ ਜੋ ਤਨ ਦੇ ਉੱਤੇ ਮਨੁੱਖ ਪਹਿਨਦਾ ਹੈ। ਜੁੱਤੀ ਤੋਂ ਲੈ ਕਰਕੇ ਸਿਰ ਤੱਕ ਜੋ ਵੀ ਇਸ ਸਰੀਰ ਦਾ ਹਾਰ ਸ਼ਿੰਗਾਰ ਹੈ, ਹਰ ਇੱਕ ਚੀਜ਼ ਬ੍ਰਾਂਡ ਦੇ ਵਿੱਚ ਹੈ ਵੀ ਆਹ ਚੀਜ਼ ਅਸੀਂ ਫਲਾਣੀ ਬ੍ਰਾਂਡ ਦੀ ਵਰਤਦੇ ਹਾਂ ਜੀ। ਕਦੀ ਖਫਨ ਵੀ ਵੇਖਿਆ ਕਿਸੇ ਨੇ ਵੀ ਇਹ ਫਲਾਣੀ ਕੰਪਨੀ ਜਿਹੜੀ ਉਹ ਖਫਨ ਤਿਆਰ ਕਰਦੀ ਹੈ, ਉਹ ਕੇਵਲ ਉਹਨਾਂ ਦਾ ਬ੍ਰਾਂਡ ਹੈ। ਤੇ ਕਦੀ ਕਿਸੇ ਮੁਰਦੇ ਨੇ ਇਹ ਨਹੀਂ ਕਿਹਾ ਹੋਵੇਗਾ ਮਰਨ ਤੋਂ ਪਹਿਲਾਂ ਕਿ ਮੇਰੇ ਤਨ ਦੇ ਉੱਤੇ ਫਲਾਣੀ ਬ੍ਰਾਂਡ ਦਾ ਕਫਨ ਪਾਇਓ। ਤੇ ਕਦੀ ਕਿਸੇ ਟੱਬਰ ਨੇ ਇਹ ਨਹੀਂ ਕਿਹਾ ਹੋਣਾ ਵੀ ਸਾਡਾ ਇਹ ਜਿਹੜਾ ਭਾਈ ਹੈ ਜੋ ਸੰਸਾਰ ਤੋਂ ਤੁਰਿਆ, ਬੜਾ ਧਨਾੜ ਅਰਬਾਂਪਤੀ ਸੀ, ਤੇ ਇਹਦੇ ਉੱਤੇ ਫਲਾਣੀ ਕੰਪਨੀ ਦੇ ਬ੍ਰਾਂਡ ਦਾ ਜਿਹੜਾ ਕਫਨ ਹੈ ਉਹ ਲਿਆ ਕੇ ਪਾਓ, ਵਿਸ਼ੇਸ਼ ਕਫਨ ਪਾਇਆ ਜਾਏ। ਨਹੀਂ, ਆਖਰ ਤੇ ਸਾਰਿਆਂ ਨੂੰ ਚਿੱਟਾ ਕੱਪੜਾ, ਸਾਦ ਮੁਰਾਦਾ ਜਿਹਾ ਜਿਹੜਾ ਹੈ, ਹੋ ਸਕਦਾ ਕੋਈ ਮਾੜਾ ਮੋਟਾ ਕੁਆਲਿਟੀ ਦੇ ਵਿੱਚ 150 ਦਾ ਫਰਕ ਪੈ ਜੇ, ਹੋਰ ਕੋਈ ਬਹੁਤਾ ਉਹ ਲੱਖਾਂ ਦਾ ਨਹੀਂ ਹੋਏਗਾ। ਤਾਂ ਸਾਹਿਬ ਜੀ ਕਹਿੰਦੇ ਕੂੜ ਕੱਪੜ, ਇੱਕ ਤਾਂ ਜੋ ਅਸੀਂ ਅੱਜ ਤਨ ਤੇ ਜਿਉਂਦੇ ਜੀ ਪਹਿਨਦੇ ਹਾਂ, ਲੱਖਾਂ ਰੁਪਈਆਂ ਦਾ ਕੱਪੜਾ ਬੰਦੇ ਨੇ ਸਤਨ ਤੇ ਪਾ ਕੇ ਸੁੱਟ ਦਿੱਤਾ, ਪਰ ਹੈ ਸਭ ਕੁਝ ਝੂਠ ਸੀਗਾ। ਇੰਜ ਕਹਿ ਲਓ ਸਵਾਹ ਨੂੰ ਸਵਾਹ ਦੇ ਨਾਲ ਢੱਕਿਆ ਗਿਆ। ਫਿਰ ਕੂੜ ਕੱਪੜ, ਉਹ ਜਿਹੜਾ ਖਫਨ ਸੀ ਉਹ ਵੀ ਝੂਠਾ ਹੀ ਸੀ। ਇਹ ਨਹੀਂ ਕਿ ਬਾਕੀ ਸਾਰਾ ਕੁਝ ਛੱਡ ਦਿੱਤਾ, ਉਹ ਤੇ ਚਿਖਾ ਤੇ ਤੇਰੇ ਨਾਲ ਗਿਆ, ਨਹੀਂ, ਉਹ ਵੀ ਝੂਠਾ ਸੀ। ਤੇਰੇ ਤਨ ਨੂੰ ਅੱਗ ਬਾਅਦ ਵਿੱਚ ਪਈ, ਉਹ ਤੇ ਪਹਿਲਾਂ ਇਕੱਠਾ ਹੋ ਗਿਆ। ਤਾਂ ਸਾਹਿਬ ਜੀ ਕਹਿੰਦੇ ਕੂੜ ਰੂਪ ਅਪਾਰ, ਕਾਇਆ ਵੀ ਝੂਠੀ, ਕਾਇਆ ਤੇ ਪਹਿਨੇ ਜਾਣ ਵਾਲੇ ਕੱਪੜੇ ਵੀ ਸਭ ਕੁਝ ਝੂਠਾ, ਤੇ ਅਪਾਰ ਆ ਜਿਹੜਾ ਬਹੁਤ ਵੱਡਾ ਪਸਾਰਾ ਇਹ ਸੰਸਾਰ ਦੇ ਉੱਤੇ ਦਿਸਦਾ ਪਿਆ, ਇਹ ਵੀ ਸਾਰਾ ਕੁਝ ਜਿਹੜਾ ਝੂਠ ਹੈ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਮੀਆਂ ਤੇ ਬੀਬੀ ਇਸਲਾਮਿਕ ਸ਼ਬਦ ਨੇ। ਘਰ ਵਾਲੀ ਨੂੰ ਬੀਬੀ ਸ਼ਬਦ ਕਹਿੰਦੇ ਨੇ, ਪਤੀ ਨੂੰ ਮੀਆਂ ਜੀ ਸ਼ਬਦ ਵੀ ਕਹਿੰਦੇ ਨੇ। ਜਿਵੇਂ ਆਪਾਂ ਪਤੀ ਪਤਨੀ ਸ਼ਬਦ ਕਹਿ ਦਈਏ, ਅੰਗਰੇਜ਼ੀ 'ਚ ਹਸਬੈਂਡ ਵਾਈਫ ਸ਼ਬਦ ਵੀ ਆਪਾਂ ਕਹਿੰਦੇ ਹਾਂ। ਸੋ ਇਸ ਤਰ੍ਹਾਂ ਰਾਏ ਬੁਲਾਰ ਜੋ ਇਸਲਾਮ ਨੂੰ ਮੰਨਣ ਵਾਲਾ ਹੈ,
ਤਾਂ ਸਾਹਿਬ ਜੀ ਉਹਦੇ ਪ੍ਰਤੀ ਸ਼ਬਦ ਵਰਤਦੇ ਨੇ ਕਿ ਮੀਆਂ ਤੇ ਬੀਬੀ, ਭਾਵ ਇਹ ਦੋਨੋਂ ਪਤੀ ਅਤੇ ਪਤਨੀ ਦੋਨੋਂ ਹੀ ਕੂੜ, ਦੋਨੋਂ ਝੂਠ ਹਨ ਤੇ ਖਪ ਹੋਏ ਖਾਰ ਸੰਸਾਰ ਦੇ ਵਿੱਚ ਕੇਵਲ ਖਪਦੇ ਰਹਿ ਜਾਂਦੇ ਨੇ, ਇੱਕ ਦੂਜੇ ਦੇ ਵਾਸਤੇ ਖਪਦੇ ਰਹਿ ਜਾਂਦੇ ਨੇ, ਜਾਂ ਇੰਜ ਕਹਿ ਦੋ ਸੰਸਾਰ ਦੇ ਉੱਤੇ ਵਾਸ਼ਨਾਵਾਂ ਨੂੰ ਭੋਗਣ ਦੇ ਵਿੱਚ ਸਾਰੀ ਜ਼ਿੰਦਗੀ ਖਪਦੇ ਰਹਿ ਜਾਂਦੇ, ਇੱਕ ਦੂਜੇ ਨੂੰ ਪ੍ਰਾਪਤ ਕਰਨ ਵਾਸਤੇ ਖਪਦੇ ਰਹਿ ਜਾਂਦੇ ਨੇ। ਬਸ ਇਸ ਤਰ੍ਹਾਂ ਸੰਸਾਰ ਤੇ ਹੋ ਜਾਂਦਾ, ਇੱਕ ਦੂਜੇ ਦੀ ਪ੍ਰਾਪਤੀ ਵਾਸਤੇ, ਇੱਕ ਪਤੀ ਪਤਨੀ ਇੱਕ ਦੂਜੇ ਦੀ ਪ੍ਰਾਪਤੀ ਵਾਸਤੇ ਜ਼ਿੰਦਗੀ ਗੁਜ਼ਾਰ ਦਿੰਦੇ ਨੇ, ਪਰ ਕਿਤੇ ਇਹਦਾ ਕੁਛ ਕੁ ਹਿੱਸਾ ਜਿੰਨਾ ਇੱਕ ਦੂਜੇ ਦੇ ਪ੍ਰਤੀ ਖਿੱਚ ਜਾਂ ਪ੍ਰਾਪਤੀ ਵਾਸਤੇ ਬਤੀਤ ਕੀਤਾ, ਕੁਝ ਕੁ ਹਿੱਸਾ ਹੀ ਅਕਾਲ ਪੁਰਖ ਦੀ ਪ੍ਰਾਪਤੀ ਲਈ ਬਤੀਤ ਕੀਤਾ ਹੁੰਦਾ ਨਾ, ਤੇ ਸ਼ਾਇਦ ਜ਼ਿੰਦਗੀ ਦਾ ਰਸ, ਜ਼ਿੰਦਗੀ ਦਾ ਆਨੰਦ ਜਿਹੜਾ ਉਹ ਕੁਝ ਹੋਰ ਹੁੰਦਾ। ਤਾਂ ਦਾਤਾਰ ਜੀ ਕਹਿੰਦੇ ਨੇ ਖਪ ਹੋਏ ਖਾਰ, ਪਦਾਰਥਾਂ ਦੇ ਵਿੱਚ ਖਪ ਕੇ, ਭੋਗਾਂ ਦੇ ਵਿੱਚ ਖਪ ਕੇ, ਸੰਸਾਰ ਦੇ ਵਿਸ਼ਿਆਂ ਦੇ ਵਿੱਚ ਖਪ ਕੇ ਆਖਰ ਖਵਾਰ ਹੁੰਦੇ ਨੇ, ਤੇ ਫਿਰ ਖਾਰ ਭਾਵ ਕੇ ਸੰਸਾਰ ਤੇ ਸਵਾਹ ਰੂਪ ਹੋ ਜਾਂਦੇ ਹਨ। ਕੂੜ ਕੂੜੈ ਨੇਹੋਂ ਲੱਗਾ, ਵਿਸਰਿਆ ਕਰਤਾਰ। ਕੂੜ ਕੂੜੈ ਨੇਹੋਂ ਲੱਗਾ, ਝੂਠਾ ਬੰਦਾ ਤੇ ਝੂਠ ਦੇ ਨਾਲ ਹੀ ਪਿਆਰ ਕਰੀ ਜਾਂਦਾ। ਇੰਜ ਸਮਝ ਲਓ ਜਿਵੇਂ ਇੱਕ ਲਹਿਰ ਪਾਣੀ ਦੇ ਨਾਲ ਹੀ ਪਿਆਰ ਕਰੀ ਜਾਂਦੀ, ਜਾਂ ਇੰਜ ਕਹਿ ਲਓ ਪਾਣੀ ਲਹਿਰ ਦੇ ਨਾਲ ਪਿਆਰ ਕਰੀ ਜਾਂਦਾ। ਹੁਣ ਪਾਣੀ ਵੀ ਝੂਠਾ ਸੀ ਤੇ ਲਹਿਰ ਵੀ ਝੂਠੀ ਸੀ। ਇੰਜ ਕਹਿ ਲਓ ਜਿਵੇਂ ਇੱਕ ਦੀਵਾ ਲੋ ਦੇ ਨਾਲ ਪਿਆਰ ਕਰਦਾ ਹੋਵੇ, ਦੀਵਾ ਵੀ ਝੂਠਾ ਹੈ, ਲੋ ਵੀ ਝੂਠੀ ਹੈ। ਜਾਂ ਇੰਜ ਕਹਿ ਲਓ ਇੱਕ ਚੰਦ ਚਾਂਦਨੀ ਦੇ ਨਾਲ ਪਿਆਰ ਕਰਦਾ ਹੋਵੇ, ਚੰਦ ਵੀ ਝੂਠਾ ਤੇ ਚਾਂਦਨੀ ਵੀ ਝੂਠੀ। ਸੋ ਇਸ ਤਰ੍ਹਾਂ ਸਾਹਿਬ ਜੀ ਇੱਥੇ ਕਹਿੰਦੇ ਨੇ ਕੂੜ ਕੂੜੈ ਨੇਹੋਂ ਲੱਗਾ, ਮੈਂ ਝੂਠਾ, ਮੈਂ ਕੂੜ ਸੀ ਤੇ ਮੈਂ ਝੂਠੇ ਹੀ ਪਦਾਰਥਾਂ ਦੇ ਨੇਹ ਦੇ ਵਿੱਚ ਲੱਗ ਗਿਆ। ਸੰਸਾਰ ਦੇ ਉੱਤੇ ਕੇਵਲ ਵਿਖ ਬੇਹੰਜਨੀ, ਸਵਾਹ ਨੂੰ ਇਕੱਠਿਆਂ ਕਰਨਾ, ਕੇਵਲ ਝੂਠ ਇਕੱਠਾ ਕਰਨਾ, ਜਾਂ ਇੰਜ ਕਹਿ ਦਿਓ ਕੂੜ, ਕੇਵਲ ਕੂੜਾ ਇਕੱਠਾ ਕਰਨ ਦੇ ਵਿੱਚ ਲੱਗੇ ਰਹੇ। ਸਭ ਕਹਿੰਦੇ ਕੂੜ ਕੂੜੈ ਨੇਹੋਂ ਲੱਗਾ, ਦੁੱਖ ਕੀ ਹੋਇਆ, ਵਿਸਰਿਆ ਕਰਤਾਰ। ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਵਿਸਰ ਗਿਆ। ਫਿਰ ਦੂਜਾ, ਜਦੋਂ ਵਿਸਰਿਆ ਦਾਤਾਰ, ਜਦੋਂ ਦਾਤਾਰ ਵਿਸਰ ਗਿਆ, ਬਸ ਫਿਰ ਇਹਨੇ ਕੂੜਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਬੰਦੇ ਦੀ ਸਮਝ ਵਿਸਰ ਜਾਵੇ, ਦੇਖੋ ਆਪਾਂ ਜਿਤਨੇ ਲੋਕ ਹਾਂ, ਆਪਾਂ ਕਦੀ ਸੜਕ 'ਤੇ ਲਿਫਾਫੇ ਨਹੀਂ ਚੁੱਕਦੇ, ਆਪਾਂ ਕਦੀ ਕੂੜੇ ਦੇ ਢੇਰ ਨਹੀਂ ਫਰੋਲਦੇ। ਕਿਉਂ? ਕਿਉਂਕਿ ਆਪਾਂ ਨੂੰ ਸਮਝ ਹੈ, ਆਪਣਾ ਦਿਮਾਗ ਫਿਲਹਾਲ ਦੀ ਘੜੀ ਕੰਮ ਕਰ ਰਿਹਾ। ਜਿਸ ਦਿਨ ਆਪਦੀ ਸੋਝੀ ਭੁੱਲ ਜਾਂਦੀ ਹੈ, ਉਸ ਦਿਨ ਸੰਸਾਰ ਦੇ ਉੱਤੇ ਜਿਹੜੇ ਕੁਝ ਲੋਕ ਪਾਗਲ ਹੋ ਜਾਂਦੇ ਨੇ, ਬੌਰੇ ਹੋ ਜਾਂਦੇ ਨੇ। ਇੱਕ ਤਾਂ ਰੋਜੀ ਵਾਸਤੇ ਲਿਫਾਫੇ ਇਕੱਠੇ ਕਰਦੇ, ਇੱਕ ਉਹ ਹੁੰਦੇ ਨੇ ਜਿਹੜੇ ਕੂੜੇ ਦੇ ਢੇਰਾਂ 'ਚ ਤੁਰੇ ਫਿਰਦੇ, ਕੂੜੇ ਦੇ ਢੇਰਾਂ 'ਚ ਸੌਂ ਜਾਂਦੇ ਨੇ, ਕੂੜੇ ਨੂੰ ਇਕੱਠਾ ਕਰਦੇ ਰਹਿੰਦੇ ਨੇ, ਝੋਲੇ ਭਰਦੇ ਰਹਿੰਦੇ ਹਨ। ਕਿਉਂ? ਕਿਉਂਕਿ ਉਹਨਾਂ ਨੂੰ ਆਪਣੀ ਸੋਝੀ ਵਿਸਰ ਜਾਂਦੀ, ਅਸੀਂ ਕੌਣ ਹਾਂ। ਸੋ ਜਦੋਂ ਪਰਮਾਤਮਾ ਵਿਸਰ ਗਿਆ, ਉਹਦਾ ਨਾਮ ਵਿਸਰ ਗਿਆ, ਫਿਰ ਕੂੜ ਕੂੜੈ ਨੇਹੋਂ ਲੱਗਾ, ਫਿਰ ਇਸ ਕੂੜ ਦੇ ਨੇਹ ਵਿੱਚ ਲੱਗੇ, ਅਦਰਵਾਈਜ਼ ਸ਼ਾਇਦ ਨਾ ਲੱਗਦੇ। ਤਾਂ ਸਾਹਿਬ ਜੀ ਕਹਿੰਦੇ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਇਹ ਰਾਏ ਬੁਲਾਰ, ਕਿਹਦੇ ਨਾਲ ਦੋਸਤੀ ਕਰੀਏ, ਕਿਹਦੇ ਨਾਲ ਮਿੱਤਰਤਾ ਕਰੀਏ? ਇੱਥੇ ਤਾਂ ਜੋ ਦਿਸਦਾ ਪਿਆ ਉਹ ਇੱਕ ਤੋਂ ਪਹਿਲਾਂ ਦੂਜਾ ਜਾਣ ਵਾਸਤੇ ਤਿਆਰ ਹੋਇਆ ਪਿਆ। ਸਭ ਜਗ ਚੱਲਣ ਹਾਰ, ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਇੱਥੇ ਹਰ ਮਨੁੱਖ ਜਿਹੜਾ ਇੱਕ ਤੋਂ ਪਹਿਲਾਂ ਦੂਸਰਾ ਜਿਹੜਾ ਉਹ ਕੂਚ ਕਰਦਾ ਹੈ। ਇੱਥੇ ਤਾਂ ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ। ਇੱਥੇ ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਏ। ਇੱਥੇ ਤਾਂ ਇੱਕ ਚੱਲੇ ਨੇ ਇੱਕ ਚਲੇ ਗਏ, ਤੇ ਜਿਹੜੇ ਰਹਿ ਗਏ ਨੇ ਉਹਨਾਂ ਨੇ ਵੀ ਤੁਰ ਜਾਣਾ। ਕਿਸ ਨਾਲ ਕੀਚੈ ਦੋਸਤੀ, ਤਾਂ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਪਰ ਦੁਖਾਂਤ ਇਹ ਹੈ, ਇਸ ਮਨੁੱਖ ਨੇ ਇਸ ਕੂੜ ਨੂੰ, ਇਸ ਜ਼ਹਿਰ ਨੂੰ ਬੜਾ ਮਿੱਠਾ ਕਰਕੇ ਜਾਣਿਆ, ਇੰਨਾ ਮਿੱਠਾ ਇਹਨੂੰ ਸ਼ਹਿਦ ਦੀ ਨਿਆਈ ਕਰਕੇ ਜਾਣਿਆ। ਫਿਰ ਸਾਹਿਬ ਕਹਿੰਦੇ ਕੂੜ ਮਾਖਿਓ, ਸ਼ਹਿਦ ਵੀ ਤੇ ਝੂਠਾ ਹੀ ਸੀ। ਇੰਨੀ ਜੇ ਜ਼ਹਿਰ ਜਾਂ ਕੌੜੀ ਚੀਜ਼ ਮਾੜੀ ਝੂਠੀ ਨਾਸ਼ਵਾਨ ਹੈ, ਤੇ ਮਿੱਠੀ ਚੀਜ਼ ਸਦਾ ਕਾਇਮ ਰਹੇਗੀ। ਇਹ ਸਾਰਾ ਕੁਛ ਜਿਹੜਾ ਸਾਹਿਬ ਜੀ ਕਹਿੰਦੇ ਸ਼ਹਿਦ ਵੀ ਜਿਹੜਾ ਉਹ ਵੀ ਝੂਠਾ ਹੈ। ਮਾਖਿਓ ਸ਼ਹਿਦ ਨੂੰ ਕਹਿੰਦੇ। ਕੂੜ ਡੋਬੇ ਪੂਰ, ਇਸ ਝੂਠ ਨੇ ਸੰਸਾਰ ਤੇ ਪੂਰਾਂ ਦੇ ਪੂਰ ਜਿਹੜੇ ਉਹ ਵਾਸ਼ਨਾ ਵਿੱਚ ਡੁੱਬ ਦਿੱਤੇ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਸਾਹਿਬ ਕਹਿੰਦੇ ਤੁਧ ਬਾਝ, ਇਹ ਅਕਾਲ ਪੁਰਖ ਪਰਮੇਸ਼ਰ, ਤੇਰੇ ਤੋਂ ਬਿਨਾਂ ਸਾਰਾ ਕੁਛ ਜਿਹੜਾ ਉਹ ਝੂਠ ਹੈ, ਸਭ ਕੁਝ ਕੂੜ ਹੈ। ਇਸ ਲਈ ਰਾਏ ਬੁਲਾਰ ਨਾਨਕ ਵਖਾਣੈ ਬੇਨਤੀ। ਅਸੀਂ ਤੇ ਉਸ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ, ਸਾਨੂੰ ਨਾਮ ਧਨ ਦੀ ਦਾਤ ਬਖਸ਼, ਆਪਣੇ ਸਰੂਪ ਦੀ ਅਭੇਦਤਾ ਦੇ। ਇਹ ਸਾਹਿਬ ਜੀ ਇਸ ਪਾਵਨ ਸ਼ਲੋਕ ਅੰਦਰ ਸਮਝਾਉਂਦੇ।
ਕਿ ਇਹ ਪਰਮੇਸ਼ਰ ਜੀ ਤੁਧ ਬਾਝ ਕੂੜੋ ਕੂੜ, ਤੁਹਾਡੇ ਤੋਂ ਬਿਨਾ ਸਾਰਾ ਕੁਝ ਜਿਹੜਾ ਹੈ ਉਹ ਝੂਠਾ ਹੈ, ਸਾਰਾ ਕੁਝ ਜਿਹੜਾ ਹੈ ਉਹ ਨਾਸ਼ਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਅਤੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਆਸਾ ਕੀ ਵਾਰ ਜੀ ਦੀ ਲੜੀਵਾਰ ਕਥਾ ਸੰਗਤ ਟੀਵੀ ਦੇ ਉੱਪਰ ਚੈਨਲ ਨੰਬਰ 769 ਯੂਕੇ ਦੇ ਵਿੱਚ, ਜਿਸ ਦਾ ਪ੍ਰਸਾਰਣ ਸਵੇਰੇ 8 ਵਜੇ ਹੋਵੇਗਾ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬੈਠ ਕਰਕੇ ਆਸਾ ਕੀ ਵਾਰ ਦੀ ਪਾਵਨ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।